ਤਾਂ बेटा मेरा टॉपिक ਜਿਹੜਾ ਹੈਗਾ फुल वेव रेक्टिफायर। टॉपिक है साडा फुल वेव रेक्टिफायर। हाफ वेव रेक्टिफायर ਅਸੀਂ ਪਿਛਲੇ ਲੈਕਚਰ ਚ ਕਰ ਚੁੱਕੇ ਹਾਂ बेटा। मैं माड़ा ਜਿਹਾ ਤੁਹਾਨੂੰ ਫਿਰ ਵੀ ਰਿਵਾਈਜ਼ ਕਰਵਾ ਦਾਂ ਕਿ ਇੱਕ ਰੈਕਟੀਫਾਇਰ ਉਹ ਡਿਵਾਈਸ ਹੁੰਦੀ ਆ ਜਿਹੜੀ AC ਤੋਂ ਕੀ ਬਣਾਉਂਦੀ ਆ, DC। ਇਹ ਤੋਤੇ ਵਾਂਗੂ ਰੱਟ ਲਿਓ, ਸਮਝ ਆ ਰਹੀ ਗੱਲ। AC ਤੋਂ ਕੀ ਬਣਾਉਂਦੀ ਆ, DC। ਇੱਕ ਰੈਕਟੀਫਾਇਰ AC ਦੀ DC ਬਣਾਉਂਦਾ। ਤੇ DC ਦੋ ਤਰ੍ਹਾਂ ਦੀ ਆ ਜਿਹੜੀ ਬਣਨੀ ਆ, ਦੋਨੋਂ ਤਰ੍ਹਾਂ ਦੀ। DC ਫਲਕਚੁਏਟਿੰਗ DC ਆ, ਫਲਕਚੁਏਟ ਕਰ ਰਹੀ ਆ। ਫਲਕਚੁਏਟ ਦਾ ਮਤਲਬ ਕਿ ਉਹ ਸਿੱਧੀ DC ਨਹੀਂ, ਆਹ ਵਾਲੀ DC ਨਹੀਂ, ਉਹ ਆਹ ਵਾਲੀ DC ਆ, ਪਰ ਰਹਿੰਦੀ ਜਾਂ ਤਾਂ ਪੋਜ਼ਿਟਿਵ ਤੇ ਜਾਂ ਨੈਗੇਟਿਵ। ਇਹ ਗੱਲ ਪੜ੍ਹਾ ਚੁੱਕਿਆ ਮੈਂ ਤੁਹਾਨੂੰ। ਜੇ ਇੱਕ ਹਾਫ ਦਾ ਰੈਕਟੀਫਿਕੇਸ਼ਨ ਹੋਵੇ, ਮਤਲਬ ਇੱਕ ਹਾਫ ਤਾਂ ਰੈਕਟੀਫਾਈ ਹੋ ਜਾਵੇ ਤੇ ਇੱਕ ਹਾਫ ਵੇਸਟ ਹੋ ਜਾਵੇ એનર્ਜੀ ਇਨਪੁਟ AC ਦਾ, ਤਾਂ ਮੈਂ ਬੋਲੂੰਗਾ ਹਾਫ ਵੇਵ ਰੈਕਟੀਫਿਕੇਸ਼ਨ ਹੋ ਰਿਹਾ ਤੇ ਉਸ ਡਿਵਾਈਸ ਨੂੰ ਬੋਲੂੰਗਾ ਹਾਫ ਵੇਵ ਰੈਕਟੀਫਾਇਰ। ਉਹਦੇ ਵਿੱਚ ਸਿਰਫ ਇੱਕ ਡਾਇਓਡ ਲਾਇਆ ਸੀ, ਅਸੀਂ ਲਾਇਆ ਸੀ ਨਾ, ਯਾਦ ਆ ਤੁਹਾਨੂੰ। ਉਸ ਤੋਂ ਬਾਅਦ ਜੇ ਮੈਂ ਫੁੱਲ ਵੇਵ ਰੈਕਟੀਫਾਇਰ ਯੂਜ਼ ਕਰਨਾ ਤਾਂ ਦੋਨੋਂ ਹਾਫ ਦਾ ਰੈਕਟੀਫਿਕੇਸ਼ਨ ਹੋਣਾ, ਪਹਿਲੇ ਹਾਫ ਦਾ ਵੀ ਤੇ ਦੂਜੇ ਹਾਫ ਦਾ ਵੀ ਰੈਕਟੀਫਿਕੇਸ਼ਨ, ਠੀਕ ਆ। ਔਰ DC ਬਣਨੀ ਹੈ ਤਾਂ ਮਤਲਬ ਡਾਇਰੈਕਸ਼ਨ ਸੇਮ ਰਹਿਣੀ ਆ, ਕਰੰਟ ਦੀ ਡਾਇਰੈਕਸ਼ਨ ਨਹੀਂ ਬਦਲਣੀ। ਆਊਟਪੁੱਟ 'ਚ ਆਊਟਪੁੱਟ ਵੋਲਟੇਜ ਇੱਕੋ ਜਿਹੀ ਆਉਣੀ ਆ, ਇੱਕ ਹੀ ਡਾਇਰੈਕਸ਼ਨ 'ਚ ਆਉਣੀ ਆ। ਮੇਰੇ ਕਹਿਣ ਦਾ ਮੀਨਿੰਗ ਇਹ ਆ, ਉਹ ਸਾਡੀ ਆਊਟਪੁੱਟ DC ਹੋਊਗੀ। ਸਮਝ ਆ ਰਹੀ ਹੈ। ਦੋਨੋਂ ਹਾਫ ਦਾ ਰੈਕਟੀਫਿਕੇਸ਼ਨ ਹੋਊਗਾ। ਕਿਵੇਂ ਹੋਊਗਾ ਆਪਾਂ ਉਹ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਛੋਟੀ ਜਿਹੀ ਲਿਖਣੀ ਹੈ, ਲਿਖ ਦਿਓ। ਇਟ ਇਜ਼ ਦਾ ਰੈਕਟੀਫਾਇਰ। ਅੱਛਾ ਲਿਖਵਾਤਾ ਸੀ ਮੈਂ ਥੋੜਾ ਜਿਹਾ, ਹਾਂ ਚਲੋ ਕੋਈ ਗੱਲ ਨਹੀਂ। ਕੀ ਲਿਖਵਾਇਆ ਸੀ ਤੁਹਾਨੂੰ? ਇਟ ਇਜ਼ ਦਾ ਰੈਕਟੀਫਾਇਰ ਵਿਚ ਰੈਕਟੀਫਾਈਜ਼ ਬੋਥ ਹਾਫਸ ਆਫ ਇਨਪੁਟ AC। ਇਨਪੁਟ AC ਦੇ ਦੋਨੋਂ ਹਾਫਸ ਨੂੰ ਰੈਕਟੀਫਾਈ ਕਰ ਦਿੰਦਾ। ਓਕੇ ਕਿ ਨਹੀਂ ਓਕੇ? ਡਾਇਗਰਾਮ ਆਪਾਂ ਕੀ ਬਣਾਇਆ ਸੀ, ਯਾਦ ਆ ਤੁਹਾਨੂੰ? ਸਰਕਿਟ ਡਾਇਗਰਾਮ। ਹਾਂ ਬਈ ਸਰਕਿਟ ਡਾਇਗਰਾਮ ਕਿਦਾਂ ਦਾ ਸੀ ਸਾਡੇ ਕੋਲੇ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਵਾ ਦਾਂ ਵੀ ਇੱਕ ਅਸੀਂ ਕੀ ਲਾਇਆ ਸੀ, ਆਹ ਵਾਲਾ, ਉਹ ਬਈ ਕੀ ਬੋਲਦੇ ਇਹਨੂੰ, ਇਹ ਆਹ ਵਾਲਾ ਜਿਹੜਾ ਸਪਰਿੰਗ ਜਿਹਾ ਲਾਇਆ, ਇਹਦਾ ਨਾਮ ਕੀ ਆ? ਆਵਾਜ਼ ਨਹੀਂ ਆਈ ਮੈਨੂੰ ਬੇਟੇ। ਆਹ ਕੀ ਚੀਜ਼ ਆ? ਸਟੈਪ ਡਾਊਨ, ਸਟੈਪ ਡਾਊਨ ਟਰਾਂਸਫਾਰਮਰ। ਕੌਣ ਹੈ ਇਹ? ਸਟੈਪ ਡਾਊਨ ਟਰਾਂਸਫਾਰਮਰ। ਸਟੈਪ ਡਾਊਨ ਤਾਂ ਕੀਤਾ ਵੋਲਟੇਜ ਘਟ ਜਾਵੇ, ਕਿਉਂਕਿ ਸਾਡੀ ਡਿਵਾਈਸ ਆ ਨਾ ਜਿਹੜੀ, ਉਹ ਬਹੁਤ ਸੋਲ ਜਿਹੀ ਡਿਵਾਈਸ ਆ। ਕਿਹੜੀ ਆ? ਡਾਇਓਡ ਆ। ਸਮਝ ਆ ਰਹੀ ਗੱਲ ਕਿ ਨਹੀਂ? ਤੇ ਡਾਇਓਡ ਬੜਾ ਸੋਲ ਜਿਹਾ, ਬੜਾ ਮਤਲਬ ਕਹਿਣ ਦਾ ਇਹ ਆ ਵੀ ਬੜਾ ਸੌਫਟ ਜਿਹਾ ਡਿਵਾਈਸ ਆ। ਉਹਨੇ ਬੜਾ ਕਰੰਟ ਝੱਲਣਾ ਨਹੀਂ। ਜਿਹੜਾ ਕੋਈ ਬੱਚਾ ਹੁੰਦਾ ਉਹਨੂੰ ਦਬਕਾ ਮਾਰ ਦੇਵੇ ਤਾਂ ਰੋਣ ਲੱਗ ਜਾਂਦਾ। ਕੋਈ ਏਦਾਂ ਦਾ ਹੁੰਦਾ ਜਿਹਨੂੰ ਕੁੱਟ ਵੀ ਲਓ, ਮਾਰ ਵੀ ਲਓ, ਠੀਕ ਆ, ਉਹਨੂੰ ਡਾਂਗ ਨਾਲ ਕੁੱਟ ਲਓ ਤਾਂ ਵੀ ਉਦਾਂ ਦਾ ਹੀ ਹੁੰਦਾ ਜੀ, ਕੋਈ ਗੱਲ ਨਹੀਂ, ਹਾਂ 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 ਕਰਕੇ ਚੱਲ ਜਾਂਦਾ। ਇੱਕ ਏਦਾਂ ਦਾ ਵੀ ਹੁੰਦਾ। ਤਾਂ ਜਿਹੜਾ ਸੈਮੀ ਕੰਡਕਟਰ ਆ, ਇਹ ਸੈਂਸਿਟਿਵ ਜਿਹੀ ਡਿਵਾਈਸ ਆ, ਜਿਹੜਾ ਦਬਕਾ ਮਾਰੇ ਰੋ ਪੈਂਦਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆ ਜਾਓ। ਤਾਂ ਬੇਟਾ ਇੱਥੇ ਮੈਂ ਪੁਆਇੰਟ A ਲਾਇਆ ਸੀ, ਆਹ ਟਰਮੀਨਲ B ਆ, ਆਹ ਸੈਕੰਡਰੀ ਕੋਇਲ S ਆ ਤੇ ਆਹ ਪ੍ਰਾਇਮਰੀ ਕੋਇਲ P ਆ। ਇੱਥੇ ਅਸੀਂ ਕੀ ਦਿੱਤੀ ਸੀ? ਇਨਪੁਟ AC which is to be rectified। ਇਹਨੂੰ ਰੈਕਟੀਫਾਈ ਕਰਨਾ ਸੀ, ਠੀਕ ਆ। ਉਸ ਤੋਂ ਬਾਅਦ ਅਸੀਂ ਇੱਥੇ ਡਾਇਓਡ ਯੂਜ਼ ਕੀਤਾ ਸੀ, ਯਾਦ ਆ ਤੁਹਾਨੂੰ ਸਾਰਿਆਂ ਨੂੰ? ਇੱਕ ਡਾਇਓਡ ਇੱਥੇ ਬਣਾਇਆ, ਪਿਛਲੇ ਲੈਕਚਰ 'ਚ ਆਪਾਂ ਦੇਖ ਚੁੱਕੇ ਹਾਂ। ਇੱਕ ਡਾਇਓਡ ਅਸੀਂ ਇੱਥੇ ਬਣਾਇਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਦੋ ਡਾਇਓਡ ਹੋ ਗਏ। ਉੱਪਰ ਵਾਲੇ ਡਾਇਓਡ ਦਾ ਨਾਮ D1, ਨੀਚੇ ਵਾਲੇ ਦਾ ਡਾਇਓਡ ਦਾ ਨਾਮ D2, ਔਰ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਅਟੈਚ ਕਰਤਾ ਸੀ। ਓਕੇ। ਉਸ ਤੋਂ ਬਾਅਦ ਹੁਣ ਆਊਟਪੁੱਟ ਕਿੱਥੇ ਲੈਣੀ ਆ? ਪਿਛਲੀ ਵਾਰ ਰੈਜ਼ਿਸਟੈਂਸ ਲਗਾਈ ਸੀ ਅਲੱਗ ਤੋਂ, AC ਸਰਕਿਟ 'ਚ AC ਤਾਰ ਚਲਾਈ ਸੀ ਜਦੋਂ ਸਿੰਗਲ ਸੀਗਾ, ਹਾਫ ਵੇਵ ਰੈਕਟੀਫਾਇਰ ਸੀ। ਹੁਣ ਅਸੀਂ ਕੀ ਕਰਨਾ? ਹੁਣ ਅਸੀਂ ਰੈਜ਼ਿਸਟੈਂਸ ਜਿਹੜੀ ਲਾਉਣੀ ਹੈ ਇਹਦੇ ਵਿਚਕਾਰ ਲਾਉਣੀ ਹੈ, ਠੀਕ ਆ। ਆ ਮੈਂ ਇੱਕ ਰੈਜ਼ਿਸਟੈਂਸ, ਲੋਡ ਰੈਜ਼ਿਸਟੈਂਸ RL ਇੱਥੇ ਯੂਜ਼ ਕਰ ਲਈ, ਤੇ RL ਜਿਹੜੀ ਰੈਜ਼ਿਸਟੈਂਸ ਹੈਗੀ ਆ, ਇਹਦੇ ਅਕਰੋਸ ਅਸੀਂ ਆਊਟਪੁੱਟ DC ਅਸੀਂ ਇੱਥੇ ਲਾਵਾਂਗੇ। ਆਊਟਪੁੱਟ DC। ਇਹ ਡਾਇਗਰਾਮ ਤੁਸੀਂ ਬਣਾਇਆ ਹੋਇਆ ਕਿਉਂ ਬਈ? ਇਹ ਡਾਇਗਰਾਮ ਤੁਸੀਂ ਬਣਾਇਆ ਹੋਇਆ ਕਿ ਨਹੀਂ ਬਣਾਇਆ ਹੋਇਆ? ਇੰਨੇ ਬਣਾਇਆ ਸੀ ਕਿ ਹੋਰ ਕੁਝ ਵੀ ਕੀਤਾ ਸੀ? ਹਾਂ ਨਹੀਂ ਲਿਖਿਆ, ਲਿਖ ਲਓ ਹੁਣ। ਇਹ ਆਊਟਪੁੱਟ DC ਅਸੀਂ ਲੋਡ ਰੈਜ਼ਿਸਟੈਂਸ ਦੇ ਅਕਰੋਸ ਲੈਣੀ। ਪ੍ਰਿੰਸੀਪਲ ਸਾਡਾ ਉਹੀ ਸੇਮ ਆ ਜੋ ਹਾਫ ਵੇਵ ਰੈਕਟੀਫਾਇਰ ਵਾਲਾ ਸੀ। ਕੀ ਪ੍ਰਿੰਸੀਪਲ ਸੀ? ਜਿਹੜਾ ਡਾਇਓਡ D1 ਆ ਔਰ ਡਾਇਓਡ D2 ਆ, ਕੋਈ ਵੀ ਡਾਇਓਡ ਆ, ਉਹ ਫਾਰਵਰਡ ਬਾਇਸ ਦੇ ਵਿੱਚ ਕਰੰਟ ਚਲਾਉਂਦਾ ਤੇ ਰਿਵਰਸ ਬਾਇਸ 'ਚ ਕਰੰਟ ਨਹੀਂ ਚਲਾਉਂਦਾ। ਯਾਨੀ ਕਿ ਫਾਰਵਰਡ ਬਾਇਸ 'ਚੋਂ ਘੱਟ ਰੈਜ਼ਿਸਟੈਂਸ ਆਫਰ ਕਰਦਾ, ਬਹੁਤ ਵੈਰੀ ਸਮਾਲ ਰੈਜ਼ਿਸਟੈਂਸ ਆਫਰ ਕਰਦਾ, ਤੇ ਰਿਵਰਸ ਬਾਇਸ ਦੇ ਵਿੱਚ ਉਹ ਹਾਈ ਰੈਜ਼ਿਸਟੈਂਸ ਆਫਰ ਕਰਕੇ ਕਰੰਟ ਨੂੰ ਬਲੌਕ ਕਰ ਦਿੰਦਾ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਚਲਿਏ ਹੁਣ ਦੇਖਿਓ ਧਿਆਨ ਦੇ ਨਾਲ। ਹੁਣ ਆਪਣਾ ਉਹੀ ਜਿਹਦਾ ਕੱਲ ਗ੍ਰਾਫ ਬਣਾਇਆ ਸੀ, ਉਦਾਂ ਦਾ ਮੈਂ ਗ੍ਰਾਫ ਬਣਾਉਂਗਾ। ਵਰਕਿੰਗ ਮੈਂ ਅਲੱਗ ਤੋਂ ਲਿਖਵਾ ਦੂੰ, ਇਹਦੀ ਥੋੜੀ ਜਿਹੀ ਲਿਖਵਾ ਦਾਂ ਕੰਸਟਰਕਸ਼ਨ। ਇਹਦਾ ਜਿਹੜਾ ਸਰਕਿਟ ਡਾਇਗਰਾਮ ਆ ਉਹਨੂੰ ਐਕਸਪਲੇਨ ਕਰ ਦਈਏ, ਲਿਖ ਦਿਓ। ਇਨ ਦਿਸ ਸਰਕਿਟ
माड़ा जिहा लिखियो इन दिस सर्किट इनपुट AC टू बी रेक्टिफाइड इनपुट AC जल्दी जल्दी लिखियो थोड़ा जिहा इनपुट AC टू बी रेक्टिफाइड is applied across input AC to be rectified is applied across P coil of a step down transformer applied across primary coil of a step down transformer ठीक है while two diodes D1 and D2 while two diodes D1 and D2 along with load resistance RL while two diodes D1 and D2 along with load resistance RL are connected across secondary coil along with the load resistance RL are connected लिखो सही बेर are connected across secondary coil such that RL is centrally tapped with coil RL is centrally tapped मतलब centrally tap इनू इत्थे connect कीता किते ना किते विचाले RL is centrally tapped TAPPED with the coil okay output ਅਸੀਂ RL ਦੇ across ਲੈ ਰਹੇ ਹਾਂ ਲਿਖ ਦਿਓ output DC is obtained across RL story clear output DC is obtained across RL ਦੇ across ਮੈਂ output DC ਲੈਣੀ output DC is obtained across RL ਦੇ across ਮੈਂ output DC ਲੈਣਾ ਇਹ ਮੇਰਾ ਟੌਪਿਕ ਹੋ ਗਿਆ ਪੁੱਤਰ ਠੀਕ ਆ ਇਹ ਬੇਸਿਕ ਫੰਡਾ ਹੋ ਗਿਆ ਸਰਕਟ ਡਾਇਗਰਾਮ ਹੋ ਗਿਆ ਹੁਣ ਇਸ ਤੋਂ ਬਾਅਦ ਆਪਾਂ ਦੀ ਵਰਕਿੰਗ ਸਮਝਣੀ ਆ ਉਹਦੇ ਵਾਸਤੇ ਮੈਨੂੰ ਗ੍ਰਾਫ ਬਣਾਉਣਾ ਪਊਗਾ ਵਰਕਿੰਗ ਫੇਰ ਹੀ ਕਰਾਂਗੇ ਤਾਂ ਵਰਕਿੰਗ ਲਿਖ ਲਿਓ ਠੀਕ ਆ ਗ੍ਰਾਫ ਕੱਲ ਵਰਗੇ ਹੀ ਬਣਾਉਣੇ ਕੋਈ ਨਵੇਂ ਨਹੀਂ ਬਣਨੇ ਜਿੱਦਾਂ ਕੱਲ ਬਣਾਏ ਸੀ ਆਪਾਂ ਗ੍ਰਾਫ ਉਸੇ ਤਰੀਕੇ ਦੇ ਹੀ ਬਣਾਉਣੇ ਠੀਕ ਆ ਤਾਂ ਦੇਖਿਓ ਧਿਆਨ ਦੇ ਨਾਲ ਇੱਥੇ ਬਣਾਦਾ ਉੱਪਰ ਤੁਸੀਂ ਨੀਚੇ ਬਣਾ ਦਿਓ ਬੇਟਾ ਦੇਖੋ ਦੋ ਗ੍ਰਾਫ ਬਣਾਏ ਸੀ ਮੈਂ ਜਿੱਦਾਂ ਪਿਛਲਾ ਜਿਹੜਾ ਹੈਗਾ ਲੈਕਚਰ ਸੀਗਾ ਉਹਦੇ ਵਰਗੇ ਹੀ ਆ ਇੱਥੇ ਮੈਂ ਲਿਖਿਆ ਸੀ ਵੋਲਟੇਜ ਐਟ A ਜਾਂ ਇਨਪੁਟ ਐਟ A A ਪੁਆਇੰਟ ਤੇ ਇਨਪੁਟ A ਟਰਮੀਨਲ ਤੇ ਇਨਪੁਟ ਤੁਸੀਂ B ਦੀ ਵੀ ਲਿਖ ਸਕਦੇ ਆ ਖੁੱਲੀ ਛੁੱਟੀ ਆ B ਦੀ ਇਹਦੀ ਰੈਸੀਪ੍ਰੋਕਲ ਹੋ ਜੂਗੀ ਠੀਕ ਹੈ ਤੁਹਾਡਾ ਗ੍ਰਾਫ ਹੈ ਤੋਂ ਰੈਸੀਪ੍ਰੋਕਲ ਹੋ ਜੂ ਜਿਹੜਾ ਹੁਣ ਬਣਨਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ ਬਸ ਇੱਕੋ ਹੀ ਗੱਲ ਆ ਵੀ ਕਿਤਾਬੀ ਕੀੜਾ ਚੈੱਕ ਨਾ ਕਰੇ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਅਦਰਵਾਈਜ਼ ਸਹੀ ਹੈ ਆ ਜਾਓ ਲਓ ਵੀ ਮੈਂ ਇੰਨਾ ਇਨਪੁਟ AC ਡਰਾ ਕਰਤੀ ਇਹ ਇਨਪੁਟ AC ਆ ਮੇਰੇ ਕੋਲੇ ਇਹ ਬੇਟਾ ਮੇਰੇ ਕੋਲੇ ਇਨਪੁਟ AC ਹੈ A ਪੁਆਇੰਟ ਤੇ A ਟਰਮੀਨਲ ਤੇ ਉਧਰਲੀ ਤੇ ਗੱਲ ਹੀ ਨਹੀਂ ਕਰ ਠੀਕ ਆ ਟਾਈਮ ਦੇ ਨਾਲ ਮੈਂ ਗ੍ਰਾਫ ਬਣਾਤਾ ਜਿੱਦਾਂ ਦਾ ਪਹਿਲਾਂ ਸੀ ਉਦਾਂ ਦਾ ਹੀ ਬਣਾਇਆ ਓਕੇ ਕਿ ਨਹੀਂ ਓਕੇ ਤੁਸੀਂ ਜਿਆਦੇ ਹਾਫ ਬਣਾਉਣੇ ਜਿਆਦੇ ਬਣਾ ਦਿਓ ਮੈਨੂੰ ਕੋਈ ਦਿੱਕਤ ਨਹੀਂ ਜਿਆਦੇ ਜੇ ਮੰਨ ਲਓ ਬਈ ਤੁਸੀਂ ਵਾਈਬ੍ਰੇਸ਼ਨਸ ਜਿਆਦਾ ਬਣਾਉਣੀਆਂ ਚਾਹੁੰਦੇ ਆ ਜਿਆਦੇ ਬਣਾ ਦਿਓ 5 6 7 8 ਜਿੰਨੀਆਂ ਮਰਜ਼ੀ ਜਿੰਨਾ ਤੁਹਾਡੇ ਕੋਲ ਸਪੇਸ ਹੈ ਆਊਟਪੁੱਟ ਮੈਂ ਇੱਥੇ ਲੈਣੀ ਆ ਠੀਕ ਆ ਦਿਸ ਇਜ਼ ਆਊਟਪੁੱਟ DC ਆਪਾਂ ਇੱਥੇ ਕੰਸੀਡਰ ਕਰਾਂਗੇ ਮੈਂ ਮਾੜੇ ਜਿਹੇ ਡਾਟਡ ਲਾਈਨਸ ਥੱਲੇ ਵੱਲ ਨੂੰ ਲਾ ਦਾਂ ਤਾਂ ਕਿ ਮੇਰੇ ਗ੍ਰਾਫ ਜਿਹੜੇ ਆ ਉਹ ਗਲਤ ਨਾ ਬਣਨ ਜਿੱਥੇ 0 ਆ 0 ਤੇ 0 ਹੀ ਆਵੇ ਓਕੇ ਕਿ ਨਹੀਂ ਓਕੇ ਇਹ ਮੇਰੇ ਕੋਲ ਕੁਝ ਸਿਮੈਟਰੀ ਵਾਸਤੇ ਮੈਂ ਡਾਟਡ ਲਾਈਨਸ ਡਰਾ ਕਰਤੀਆਂ ਹੋ ਗਿਆ ਕੰਟੀਨਿਊ ਕਰੀਏ ਬੋਲੋ ਬਈ ਧਿਆਨ ਨਾਲ ਸਮਝ ਲਿਓ ਹੁਣ ਗੱਲ ਨੂੰ ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਾਂਗੇ ਪਹਿਲਾਂ ਇੱਧਰ ਦੇਖੋ ਹਾਂ ਬਈ ਚਲੋ ਲਿਖਣਾ ਛੱਡ ਦੋ ਹੁਣ ਇੱਧਰ ਦੇਖੋ ਦੋ ਹਾਫ ਸਾਈਕਲ ਆ ਇਨਪੁਟ AC ਦਾ ਪਹਿਲਾ ਸਾਈਕਲ ਤੇ ਦੂਜਾ ਸਾਈਕਲ ਪਹਿਲਾ ਸਾਈਕਲ ਪੋਜ਼ਿਟਿਵ ਵੀ ਹੋ ਸਕਦਾ ਨੈਗੇਟਿਵ ਵੀ ਹੋ ਸਕਦਾ ਨੰਬਰ 2 ਮੈਂ ਇੱਕ ਗੱਲ ਦੱਸੀ ਸੀ ਵੀ ਜਿਹੜਾ ਟਰਾਂਸਫਾਰਮਰ ਆ ਇਹ ਕਿੰਨੇ ਡਿਗਰੀ ਦਾ ਫੇਸ ਡਿਫਰੈਂਸ ਪ੍ਰੋਡਿਊਸ ਕਰਦਾ
180 डिग्री का, याद रख लियो गल। 180 डिग्री का इन्हें जिहड़ा फेस डिफरेंस पैदा करना, मतलब इधरली पॉजिटिव हाफ साइकिल इत्थे जाके किहड़ी बन जूगी, नैगेटिव, ते इधरली नैगेटिव हाफ साइकिल इधर जाके की बन जूगी, पॉजिटिव। आपां ये मान के चलदे भी उत्थे नैगेटिव ही है, आपां तो इत्थों स्टार्ट करनी स्टोरी भी ए पॉइंट जिहड़ा हैगा ये टर्मिनल आ, ये पॉजिटिव आ ते बी उसी टाइम ते नैगेटिव आ, ठीक है ना, बी उसी टाइम ते नैगेटिव आ। स्टोरी समझ आ रही कि नहीं आ रही? तो बेटा देखियो ध्यान दे नाल, ए पॉजिटिव आ ते बी उसी टाइम ते नैगेटिव आ। मैं कंटिन्यू करना, आ देखियो, आ पॉजिटिव या नैगेटिव, ठीक है बेटा। जदों आ पॉजिटिव आ नैगेटिव, D1 हो गया फॉरवर्ड, D1 हो गया फॉरवर्ड ते D2 हो गया रिवर्स। करंट कौन चलाऊगा, फॉरवर्ड या रिवर्स? फॉरवर्ड। D1 ने करंट चलाया, D2 ने करंट कोई नहीं चलाया। लो जी करंट मैं ड्रॉ कर देना इत्थे, समझ आ रही गल कि नहीं आ रही? करंट मैं ड्रॉ कर देना, आ करंट चलिया, आ करंट मैं डार्क लाइन नाल ड्रॉ कर देना, करंट इन्हें अलाउ करता है ते करंट इस तरीके दे नाल इहदे विचों लंघ गया। हुण अगे रस्ता बंद है क्योंकि आ की आ रिवर्स बायस, D2 रिवर्स बायस है, करंट ने आउण ही नहीं देना, आ रस्ता बंद आ, समझ आ रही है? तो करंट नूं रस्ता एक ही मिलिया, तो करंट उहदे ते जाण वास्ते बाउंड हो गया। लो जी करंट नूं लोड रजिस्टेंस चों लंघ के वापस इधर नूं जाना पऊगा। स्टोरी समझ आ रही कि नहीं आ रही? जदों करंट बाउंड हो गया इहदे विचों लंघण वास्ते, ਇਹਦਾ मतलब ਜਿਹੜਾ ਵੋਲਟੇਜ ਦਾ ਡ੍ਰੌਪ ਆ ਉਹ ਕਿੱਥੇ ਹੋਇਆ, ਰੁਕਾਵਟ ਕਿਹਨੇ ਪਾਈ, ਆਰਐਲ ਨੇ ਰੁਕਾਵਟ ਪਾਈ ਇਹਦੇ ਬਾਅਦ, ਤਾਂ ਡ੍ਰੌਪ ਇਹਦੇ ਅਕ੍ਰੋਸ ਹੋਊਗਾ, ਉਹਨੇ ਕੋਈ ਰੁਕਾਵਟ ਨਹੀਂ ਪਾਈ, ਠੀਕ ਆ। ਆਪਾਂ ਇਹ ਮੰਨ ਕੇ ਚੱਲਦੇ ਵੀ ਡਾਇਓਡ ਇਜ਼ ਆਈਡੀਅਲ, ਡਾਇਓਡ ਆਈਡੀਅਲ ਆ ਐਂਡ ਇਟ ਆਫਰਸ ਜ਼ੀਰੋ ਰੈਜ਼ਿਸਟੈਂਸ ਇਨ ਫਾਰਵਰਡ ਬਾਇਸ। ਇਹ ਫਾਰਵਰਡ ਬਾਇਸ ਚ ਜ਼ੀਰੋ ਰੈਜ਼ਿਸਟੈਂਸ ਆਫਰ ਕਰਦਾ ਤੇ ਰਿਵਰਸ ਬਾਇਸ ਚ ਇਨਫਾਈਨਾਈਟ ਰੈਜ਼ਿਸਟੈਂਸ ਆਫਰ ਕਰਦਾ। ਆਪਾਂ ਇਹ ਗੱਲ ਮੰਨ ਕੇ ਚੱਲਦੇ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਆਈਡੀਅਲ ਡਾਇਓਡ ਇਦਾਂ ਦਾ ਹੀ ਆ। ਆ ਜਾਓ, ਆ ਫਾਰਵਰਡ ਆ, ਇਹਨੇ ਤਾਂ ਰੁਕਾਵਟ ਪਾਈ ਨਹੀਂ, ਰੁਕਾਵਟ ਸਾਰੀ ਇਹਨੇ ਪਾਈ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਇਨਪੁਟ ਦਿੱਤਾ ਸੀ A ਤੇ ਪੋਜ਼ਿਟਿਵ ਪੋਟੈਂਸ਼ੀਅਲ ਆ ਵਾਲਾ, ਉਹ ਜਿੱਦਾਂ ਦਾ ਦਿੱਤਾ ਸੀ ਸਾਰਾ ਹੀ ਇੱਥੇ ਡ੍ਰੌਪ ਹੋ ਗਿਆ, ਸਾਰੀ ਵੋਲਟੇਜ ਉੱਥੇ ਤੇ ਡ੍ਰੌਪ ਹੋ ਗਈ। ਸਮਝ ਆ ਰਹੀ ਗੱਲ? ਦੇਖੋ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਸੀ, ਜਿੱਥੇ ਸਰਕਟ ਦੇ ਵਿੱਚ ਪ੍ਰੋਬਲਮ ਆਊਗੀ, ਆਬਸਟੈਕਲ ਆਊਗਾ, ਉੱਥੇ ਵੋਲਟੇਜ ਦਾ ਡ੍ਰੌਪ ਹੋ ਜਾਣਾ। ਸਰਕਟ ਦੇ ਵਿੱਚ ਇੱਕ ਹੀ ਥਾਂ ਤੇ ਆਬਸਟੈਕਲ ਆ, ਉਹ ਆ ਵਾਲਾ, ਤਾਂ ਜਿੰਨੀ ਵੋਲਟੇਜ ਹੋਈ ਸਾਰੀ ਦੀ ਸਾਰੀ ਇੱਥੇ ਡ੍ਰੌਪ ਹੋਣੀ ਹੈ। ਤਾਂ ਜਿੱਦਾਂ ਦੀ ਇਨਪੁਟ ਸੀ ਉਦਾਂ ਦੀ ਆਊਟਪੁੱਟ DC ਸਾਨੂੰ ਕਿੱਥੇ, ਆਊਟਪੁੱਟ DC ਅਕ੍ਰੋਸ RL, RL ਦੇ ਅਕ੍ਰੋਸ ਸੇਮ ਜਿੱਦਾਂ ਦੀ ਆ ਸੀ ਉਦਾਂ ਦੀ ਮਿਲੂਗੀ। ਲਓ ਜੀ ਸਟੋਰੀ ਸਮਝ ਆ ਗਈ ਸਾਰਿਆਂ ਦੇ? ਉੱਪਰ ਜਿੰਨਾ ਹਾਫ ਸਾਈਕਲ ਬਣਾਇਆ ਉਹਦੇ ਓਡਾ ਹੀ ਹਾਫ ਸਾਈਕਲ ਜਿਹੜਾ ਹੈਗਾ ਤੁਸੀਂ ਨੀਚੇ ਬਣਾ ਦਿਓ। ਓਕੇ, ਇਹ ਮੇਰੇ ਕੋਲ ਇੱਕ ਹਾਫ ਸਾਈਕਲ ਕੰਪਲੀਟ ਹੋ ਗਿਆ। ਅਗਲੇ ਹਾਫ ਸਾਈਕਲ ਦੀ ਗੱਲ ਕਰੀਏ, ਅਗਲੇ ਹਾਫ ਸਾਈਕਲ 'ਚ ਕੀ ਹੋਊਗਾ? ਅਗਲੇ ਹਾਫ ਸਾਈਕਲ ਦੇ ਵਿੱਚ ਬੇਟਾ D1 ਤਾਂ ਹੋ ਗਿਆ ਰਿਵਰਸ ਤੇ D2 ਹੋ ਗਿਆ ਫਾਰਵਰਡ, D1 ਹੋ ਗਿਆ ਰਿਵਰਸ ਤੇ D2 ਹੋ ਗਿਆ ਫਾਰਵਰਡ। ਜਦੋਂ D2 ਫਾਰਵਰਡ ਬਾਇਸ ਹੋ ਗਿਆ ਤੇ ਕਰੰਟ ਉੱਪਰ ਵਾਲੇ ਨੇ ਤੇ ਰੋਕ ਲਿਆ। ਆਹ ਕਰੰਟ ਜਿਹੜਾ ਮੈਂ ਲਾਈਨਸ ਨਾਲ ਡਰਾ ਕੀਤਾ ਹੋਇਆ, ਇਹ ਕਰੰਟ ਨਹੀਂ ਚੱਲਣਾ। ਹੁਣ ਕਰੰਟ ਕਿਹੜਾ ਚੱਲੂਗਾ? ਇਧਰੋਂ ਚੱਲੂਗਾ, ਆਹ ਪੋਜ਼ਿਟਿਵ ਆ। B ਹੁਣ ਨੈਗੇਟਿਵ ਦੀ ਬਜਾਏ ਕੀ ਹੋ ਗਿਆ? ਪੋਜ਼ਿਟਿਵ। A ਕੀ ਹੋ ਗਿਆ? ਨੈਗੇਟਿਵ। ਫੋਲੋ ਕਰ ਰਹੇ ਆ? ਤੇ ਜੇ ਇਹ ਨੈਗੇਟਿਵ ਹੋ ਗਿਆ ਤੇ ਕਰੰਟ ਕਿਹਨੇ ਚਲਾਉਣਾ? ਕਰੰਟ ਚਲਾਉਣਾ D2 ਨੇ। ਇਹ ਕਰੰਟ ਚਲਾਊਗਾ, ਉੱਪਰ ਵਾਲੇ ਪਾਸੇ ਬਲੌਕ ਹੋਇਆ ਕਰੰਟ, ਕਰੰਟ ਫਿਰ ਰਸਤਾ ਤਾਂ ਕੋਈ ਹੈ ਨਹੀਂ, ਕਰੰਟ ਦੇਖੋ ਫਿਰ ਇੱਧਰ ਦੀ ਆਊਗਾ। ਹੁਣ ਕਰੰਟ ਦੇਖੋ ਲੋਡ ਰੈਜ਼ਿਸਟੈਂਸ ਚੋਂ ਪਹਿਲਾਂ ਵੀ ਰਾਈਟ ਟੂ ਲੈਫਟ ਗਿਆ, ਲੋਡ ਰੈਜ਼ਿਸਟੈਂਸ ਚੋਂ ਕਰੰਟ ਹੁਣ ਵੀ ਰਾਈਟ ਟੂ ਲੈਫਟ ਗਿਆ, ਤਾਂ ਲੋਡ ਰੈਜ਼ਿਸਟੈਂਸ ਦੇ ਅਕ੍ਰੋਸ ਕਰੰਟ ਦੀ ਡਾਇਰੈਕਸ਼ਨ ਤੇ ਨਹੀਂ ਨਾ ਬਦਲੀ, ਤਾਂ ਵੋਲਟੇਜ ਦਾ ਡ੍ਰੌਪ ਵੀ ਸੇਮ ਡਾਇਰੈਕਸ਼ਨ 'ਚ ਹੋਇਆ। ਜਿਹੜੀ ਡਾਇਰੈਕਸ਼ਨ 'ਚ ਪਹਿਲਾਂ ਵੋਲਟੇਜ ਡ੍ਰੌਪ ਸੀ ਉਸੇ ਡਾਇਰੈਕਸ਼ਨ 'ਚ ਹੁਣ ਵੋਲਟੇਜ ਡ੍ਰੌਪ ਹੋਇਆ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਪਹਿਲਾਂ ਕਿਹੜੀ ਡਾਇਰੈਕਸ਼ਨ 'ਚ ਹੋਇਆ ਸੀ? ਪੋਜ਼ਿਟਿਵ 'ਚ। ਹੁਣ ਕਿਹੜੀ 'ਚ ਹੋਊਗਾ? ਫਿਰ ਪੋਜ਼ਿਟਿਵ। ਸਟੋਰੀ ਸਮਝਣੀ ਆ, ਠੀਕ ਆ? ਤਾਂ ਸਾਨੂੰ ਬੜੀ ਆਸਾਨੀ ਨਾਲ ਇੱਕ ਪੋਜ਼ਿਟਿਵ ਹਾਫ ਸਾਈਕਲ ਦੁਬਾਰਾ ਮਿਲ ਗਿਆ, ਨੈਗੇਟਿਵ ਨਹੀਂ ਮਿਲਿਆ। ਸਾਈਕਲ ਦਾ ਸਾਈਜ਼ ਆ ਜਿਹੜਾ ਉੱਪਰ ਵਾਲੇ ਦੇ ਬਰਾਬਰ ਦਾ ਬਣਾਉਣਾ, ਇਹ ਧਿਆਨ ਰੱਖਿਓ। ਭਾਵੇਂ ਆ ਲਾਈਨ ਥੋੜੀ ਜਿਹੀ ਥੱਲੇ ਡਰਾ ਕਰ ਲਿਓ, ਪਰ ਸਾਈਕਲ ਦਾ ਸਾਈਜ਼ ਜਿਹੜਾ ਉੱਪਰ ਵਾਲਿਆਂ ਦੇ ਬਰਾਬਰ ਹੋਣਾ ਚਾਹੀਦਾ। ਤਾਂ ਦੋਨੋਂ ਹਾਫ ਸਾਈਕਲ ਜਿਹੜੇ ਸਾਨੂੰ ਇਸ ਤਰੀਕੇ ਨਾਲ ਆਊਟਪੁੱਟ 'ਚ ਆਹੀ ਸਟੋਰੀ ਜਦੋਂ ਰਿਪੀਟ ਹੋਈ। ਹੁਣ ਦੇਖਿਓ ਮੈਨੂੰ ਦੋਨੋਂ ਹਾਫ ਸਾਈਕਲ ਜਿਹੜੇ ਆ ਉਹ ਰੈਕਟੀਫਿਕੇਸ਼ਨ ਹੋਇਆ ਕਿ ਨਹੀਂ ਹੋਇਆ? ਹੁਣ ਇਹ ਪੋਜ਼ਿਟਿਵ ਜਾਂ ਕੋਈ ਨੈਗੇਟਿਵ ਵੈਲਿਊ ਤਾਂ ਨਹੀਂ ਆ ਰਹੀ ਇਹ 'ਚ, ਇਹ DC ਬਣ ਗਈ ਨਾ, ਪਰ DC ਕਿਹੜੀ ਆ? ਫਲਕਚੁਏਟ ਕਰ ਰਹੀ ਹੈ, ਠੀਕ ਹੈ? DC ਫਲਕਚੁਏਟ ਕਰ ਰਹੀ ਹੈ, ਰੈਗੂਲੇਟ ਨਹੀਂ ਗੀ, ਫਲਕਚੁਏਟ DC ਹੈ। ਇਹਦੇ ਵਾਸਤੇ ਮੈਂ ਉਦੋਂ ਵੀ ਦੱਸਿਆ ਸੀ, ਦੁਬਾਰਾ ਫਿਰ ਅੱਜ ਮੈਂ ਦੱਸ ਵੀ ਦਊਂਗਾ ਵੀ ਫਿਲਟਰ ਸਰਕਟ ਲਾ ਕੇ ਇੱਕ ਐਕਸਪਲੇਨ ਵੀ ਕਰ ਦੂੰਗਾ ਇੱਕ ਫਿਲਟਰ ਸਰਕਟ ਨੂੰ, ਠੀਕ ਆ? ਕੈਪੈਸਿਟਰ ਵਾਲੇ ਫਿਲਟਰ ਸਰਕਟ ਨੂੰ ਐਕਸਪਲੇਨ ਕਰ ਦੂੰਗਾ, ਦੋ ਤਰ੍ਹਾਂ ਦੇ ਫਿਲਟਰ ਹੁੰਦੇ ਆ। ਆਹ ਸਟੋਰੀ ਜੇ ਕਲੀਅਰ ਹੋ ਗਈ ਤਾਂ ਮੈਂ ਲਿਖਵਾ ਦਾਂ, ਡਾਇਗਰਾਮ ਬਣ ਗਿਆ ਸਭ ਦਾ। ਵਰਕਿੰਗ 'ਚ ਲਿਖੋ, ਸਪੋਜ਼
suppose during first half cycle of input AC, हाँ जी बेटा, हाँ लिखो, आवाज आ रही सारे नू? लिखो, सपोज ड्यूरिंग फर्स्ट हाफ साइकिल ऑफ इनपुट AC, पहली हाफ साइकिल पॉजिटिव भी हो सकती, नेगेटिव भी हो सकती, ठीक है। सपोज ड्यूरिंग फर्स्ट हाफ साइकिल ऑफ इनपुट AC, टर्मिनल A is at positive potential and terminal B is at negative potential. Terminal A is at positive potential and terminal B is at negative potential. Terminal B negative हो गया, terminal B is at negative potential. ਤਾਂ ਦੱਸਿਓ ਮੈਨੂੰ ਵੀ ਦੋਨਾਂ ਡਾਇਓਡ ਚੋਂ ਕਿਹੜਾ ਫਾਰਵਰਡ ਹੋਇਆ ਕਿਹੜਾ ਰਿਵਰਸ ਹੋਇਆ, ਲਿਖ ਦਿਓ। ਸੋ diode D1 becomes forward, diode D1 becomes forward and D2 becomes a reverse. D2 becomes a reverse, ठीक है। रिवर्स बाइस्ड लिख लो ना, रिवर्स बाइस्ड हो गया। स्टोरी क्लियर होगी। ਜਦੋਂ D1 फॉरवर्ड हो गया तो D2 रिवर्स बाइस हो गया तो करंट कौन चलाऊगा, D1 लिख दो। नाउ only D1 allows current, only D1 allows current to flow through RL, only D1 allows current to flow through RL, RL चो करंट सिर्फ D1 चला रहा, to flow through RL, ठीक है, which passes through RL, which passes through RL from right to left। देखो मैं देखा था right to left जा रहा, which passes through RL from right to left। ये right to left ਨੂੰ अंडरलाइन करो क्योंकि अगले स्टेप 'ਚ काम आऊगा। from right to left लिखता। so whole potential drops across RL, whole voltage लिख लो, whole voltage drops across RL, whole voltage drops across RL, सारी वोल्टेज RL ते ड्रॉप होगी and output across RL is, and output across RL is same half cycle as input at A, same half cycle as input at A। ਉਹੀ half cycle same बन गई जिद्दां A ते सी। कोई औखा? एक हाफ साइकिल पूरा हो गया, दूजे ते चलिए, नवा पैरा शुरू कर दिਓ, नवा पॉइंट बनावांगे ना, नवा पैरा शुरू हो जू। तीन पैरिਆਂ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਤੁਹਾਡੇ ਨਾਲ, ਅੱਜ ਵੀ ਤਿੰਨ ਪੈਰੇ ਬਣਾਵਾਂਗੇ, ਠੀਕ ਆ। ਸੈਕੰਡ ਪੈਰਾ 'ਚ ਅਸੀਂ ਕੀ ਕਰਾਂਗੇ? ਹਾਂਜੀ ਬੇਟਾ, ਪ੍ਰੋਬਲਮ ਆ ਕੋਈ? अच्छा सही कर लो ਉਹਨੂੰ, लिखो लिखो in second half cycle, in second half cycle of input AC, input AC the second half cycle, in second half cycle of input AC the polarity reverses, comma ला के लिखो, the polarity reverses, polarity reverse कर जाती है, means ਇਹਦਾ मतलब ਕੀ है? polarity reverses means A becomes negative and B becomes, लिख दो, polarity reverses means A becomes negative and B becomes positive। ਹੁਣ डायोड ਕਿਹੜਾ फॉरवर्ड, डॉट ला के लिख लो। now diode D2 is in forward bias, now diode D2 is in forward bias and D1 is in reverse bias। ਹੁਣ diode D1 reverse ਚ ਹੋ ਗਿਆ and diode D1 is in reverse bias। कहानी क्लियर। करंट कौन अलाउ करूंगा? D2 लिख दो। so D2 allows current to flow through RL, उदा दा उदा ही है सेम। D2 allows current to flow through RL, ब्रैकेट च पा लो डॉटेड लाइंस, मैं डॉटेड लाइंस नाल करंट बना देना, ऐदा दा करंट चलूगा। आ देखियो
ਆਪਾਂ ਜਸਟ ਇੱਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਕਰ ਰਹੇ ਹਾਂ ਵੀ ਉੱਪਰ ਵਾਲਾ ਕਰੰਟ ਡਾਰਕ ਲਾਈਨ ਸੀ, ਇਹ ਵਾਲਾ ਕਰੰਟ ਡਾਟਡ ਲਾਈਨ ਸੀ, ਹੋਰ ਕੁਝ ਨਹੀਂ ਗਾ। ਸਟੋਰੀ ਸਮਝ ਆ ਰਹੀ ਕਿ ਨਹੀਂ ਆ ਰਹੀ? ਠੀਕ ਹੈ, ਕਰੰਟ ਚੱਲ ਰਿਹਾ ਹੈ, ਬ੍ਰੈਕਟ ਚ ਪਾਉਣਾ, ਡਾਟਡ ਲਾਈਨ ਪਾ ਦੋ। ਆਪਾਂ ਕੀ ਲਿਖਿਆ? D2 allows current to flow through RL from right to left or left to right? From right to left again. D2 allows current to flow through RL from right to left again. दोबारा right to left वालों, ठीक है, from right to left again. दोबारा ही right to left चलता करंट। ਹੁਣ ਜੇ right to left ਦੁਬਾਰਾ ਚੱਲਦਾ ਹੈਗਾ, ਇਹਦਾ ਮਤਲਬ ਵੋਲਟੇਜ ਡ੍ਰੌਪ ਇਹਦੇ ਅਕ੍ਰੋਸ ਉਹੀ ਹੋਊਗਾ ਜਿਹੜਾ ਪਿਛਲੀ ਹਾਫ ਸਾਈਕਲ ਦੇ ਵਿੱਚ ਸੀ, ਉਸੇ ਡਾਇਰੈਕਸ਼ਨ ਚ ਹੋਊਗਾ। ਠੀਕ ਹੈ, ਲਿਖ ਦਿਓ। ਇਟ ਮੀਨਸ voltage drop across RL, voltage drop across RL as output is just like is a half cycle, इधर देखो, is a half cycle just like the previous one, is a half cycle just like the previous one. Okay, ਜਿੱਦਾਂ ਦੀ previous half cycle ਸੀ ਉਦਾਂ ਦੀ half cycle ਦੁਬਾਰਾ ਮਿਲ ਗਈ, just like the previous one, ਜਿੱਦਾਂ ਪਿਛਲੀ positive ਸੀ ਤੇ ਵੀ positive ਮਿਲੂ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਠੀਕ ਹੈ ਨਾ, ਇਹੀ ਪ੍ਰੋਸੈਸ ਜਿਹੜਾ ਹੈਗਾ ਰਿਪੀਟ ਹੋਈ ਜਾਊਗਾ, ਇਹੀ ਪ੍ਰੋਸੈਸ ਰਿਪੀਟ ਹੋਈ ਜਾਊਗਾ, ਸਾਨੂੰ ਇੱਕ ਫਲਕਚੁਏਟਿੰਗ ਡੀਸੀ ਮਿਲ ਜੂ। ਮੈਂ ਇੱਥੇ ਇੱਕ ਛੋਟੀ ਜੀ ਗੱਲ ਹੋਰ ਕਲੀਅਰ ਕਰਦਾ, ਧਿਆਨ ਨਾਲ ਸੁਣੋ। ਖੁਦਾ ਨਾ ਖਾਸਤਾ ਤੁਸੀਂ ਇਸ ਤੋਂ ਆਪੋਜ਼ਿਟ ਲਿਖ ਕੇ ਬਹਿ ਗਏ, ਤੁਸੀਂ ਪਹਿਲੀ ਵਾਰ ਇਹ ਲਿਖਤਾ ਵੀ A ਤਾਂ ਨੈਗੇਟਿਵ ਆ ਜੀ, B ਪੋਜ਼ਿਟਿਵ ਆ, ਤਾਂ ਡਰ ਨਾ ਜਾਇਓ। ਜੇ A ਨੈਗੇਟਿਵ ਆ ਤੇ B ਪੋਜ਼ਿਟਿਵ ਆ ਪਹਿਲੇ ਹਾਫ ਸਾਈਕਲ ਚ, ਪਹਿਲੇ ਚ, ਠੀਕ ਆ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਪਹਿਲੇ ਹਾਫ ਸਾਈਕਲ ਚ A ਨੈਗੇਟਿਵ ਆ, ਇਹਦਾ ਮਤਲਬ A ਨੈਗੇਟਿਵ ਆ, ਪਹਿਲੀ ਗੱਲ ਤਾਂ A ਸ਼ੁਰੂ ਵੀ ਐਂ ਹੋਊਗਾ, ਤਾਂ ਸਾਡੇ ਹਾਫ ਸਾਈਕਲ ਆ ਚੱਲ ਪੈਣਗੇ। ਮੇਰੇ ਕਹਿਣ ਦਾ ਮੀਨਿੰਗ ਸਮਝ ਰਹੇ ਆ? ਮਤਲਬ ਕਹਿਣ ਦਾ ਇਹ ਆ ਵੀ ਸਾਨੂੰ ਡੀਸੀ ਚਾਹੀਦੀ ਆ, ਇੱਕ ਪਾਸੇ ਚਾਹੀਦੀ ਜਿੱਧਰ ਮਰਜ਼ੀ ਆ ਜਾਵੇ। ਠੀਕ ਆ, ਭਾਵੇਂ ਤਾਂ ਆਹ ਕਰ ਦੇਵੇ ਆਊਟਪੁੱਟ ਡੀਸੀ, ਭਾਵੇਂ ਆਹ ਕਰ, ਸਾਨੂੰ ਕੋਈ ਇਸ਼ੂ ਨਹੀਂ ਇਹਦਾ। ਠੀਕ ਹੈ ਨਾ, ਜੇ A ਦਾ ਇਨਪੁਟ ਜਿਹੜੀ ਆ A ਤੇ ਇਨਪੁਟ, ਉਹ ਏਦਾਂ ਦੀ ਬਜਾਏ ਏਦਾਂ ਸਟਾਰਟ ਹੁੰਦੀ ਆ, ਏਦਾਂ ਹੈਗੀ ਤਾਂ ਵੀ AC ਆ। ਹੁਣ ਜੇ ਸਾਡੀ ਆਊਟਪੁੱਟ ਜਿਹੜੀ ਆਊਗੀ ਉਹ ਏਦਾਂ ਦੀ ਆਊਗੀ। ਠੀਕ ਹੈ, ਇਹਦੀ ਆਪੋਜ਼ਿਟ ਆਊਗੀ, ਹੈ ਵੀ ਡੀਸੀ ਆ ਪਰ ਇਹ ਨੈਗੇਟਿਵ ਆ। ਤਾਂ ਬੇਟਾ ਕੁੱਲ ਮਿਲਾ ਕੇ ਮੇਰੇ ਕਹਿਣ ਦਾ ਮੀਨਿੰਗ ਇਹ ਆ ਵੀ ਭਾਵੇਂ ਤਾਂ ਹਾਫ ਜਿਹੜੀ ਆਊਟਪੁੱਟ ਆ ਉਹ ਪੋਜ਼ਿਟਿਵ ਹਾਫ ਸਾਈਕਲ ਸਾਰੇ ਆ ਜਾਣ, ਤੇ ਭਾਵੇਂ ਸਾਰੀ ਨੈਗੇਟਿਵ ਹਾਫ ਸਾਈਕਲ ਆ ਜਾਣ, ਇਹ ਮੈਟਰ ਨਹੀਂ ਕਰ, ਆਉਣੇ ਇੱਕ ਡਾਇਰੈਕਸ਼ਨ ਚ ਚਾਹੀਦੇ। ਦਿਸ ਇਜ਼ ਯੂਨੀ ਡਾਇਰੈਕਸ਼ਨਲ ਕਰੰਟ, ਇਹ ਡੀਸੀ ਯੂਨੀ ਡਾਇਰੈਕਸ਼ਨਲ ਕਰੰਟ ਹੁੰਦੀ ਹੈ, ਇੱਕ ਡਾਇਰੈਕਸ਼ਨ ਵਾਲਾ ਕਰੰਟ ਹੁੰਦਾ, ਜਿਹ ਚ ਡਾਇਰੈਕਸ਼ਨ ਨਾ ਬਦਲੇ, ਇੱਕ ਪਾਸੇ ਨੂੰ ਜਾ ਕੇ ਪੁੱਠਾ ਨਾ ਕਰੰਟ ਚੱਲੇ। ਤਾਂ ਸਾਡਾ ਇਹ ਪੋਜ਼ਿਟਿਵ ਡਾਇਰੈਕਸ਼ਨ ਹੀ ਆ, ਜ਼ੀਰੋ ਤੋਂ ਉੱਪਰ ਆਏ ਸਾਰਾ। ਠੀਕ ਆ, ਤਾਂ ਲਿਖ ਦਿਓ ਨਵੀਂ ਲਾਈਨ ਤੋਂ, the above process repeats itself again and again, the above process repeats itself again and again, the above process repeats itself again and again, again and again, and we can obtain a fully rectified fluctuating DC in output, fully rectified fluctuating DC as output ਕਰ ਲਓ, as output। ਠੀਕ ਆ, ਆਊਟਪੁੱਟ ਦੇ ਤੌਰ ਤੇ ਅਸੀਂ fully rectified fluctuating DC ਕਰ ਲੈਂਦੇ। ਹੁਣ ਮੈਂ ਛੋਟੀ ਜੀ ਗੱਲ, ਇੱਕ ਨੋਟ ਲਿਖ ਲਿਓ ਵੀ ਇਹ DC ਨੂੰ ਅਸੀਂ ਲਿਖਿਆ ਤਾਂ ਹੋਇਆ, ਇਹਨੂੰ ਹੁਣ ਦੁਬਾਰਾ ਰੈਗੂਲੇਟ ਕਿਵੇਂ ਕਰੀਏ? ਇਹ ਬਹੁਤ ਫਲਕਚੁਏਟ ਕਰ ਰਹੀ ਹੈ, ਮਤਲਬ ਹਾਈ ਫ੍ਰੀਕੁਐਂਸੀ ਆ ਜਾਏਗੀ। ਅਸੀਂ ਕੀ ਕਰਨਾ, ਸਾਨੂੰ ਲੋ ਫ੍ਰੀਕੁਐਂਸੀ ਚਾਹੀਦੀ ਹੈ। ਠੀਕ ਆ, ਘੱਟ ਤੋਂ ਘੱਟ ਫ੍ਰੀਕੁਐਂਸੀ ਹੋਵੇ, ਠੀਕ ਆ, ਤਾਂ ਕਿ ਡੀਸੀ ਬਣੇ ਸਾਡੇ ਕੋਲ। ਉਹਦੇ ਵਾਸਤੇ ਅਸੀਂ ਯੂਜ਼ ਕਰਦੇ ਹਾਂ ਫਿਲਟਰ ਸਰਕਿਟ। ਮੈਂ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਫਿਲਟਰ ਸਰਕਿਟ ਦਾ, ਇੱਕ ਨੋਟ ਪਾ ਲਿਓ ਅਲੱਗ ਤੋਂ, ਤਾਂ ਕਿ ਤੁਹਾਨੂੰ ਫਿਲਟਰ ਸਰਕਿਟ ਮਾੜਾ ਜਿਹਾ ਸਮਝ ਆ ਜਾਵੇ। ਠੀਕ ਆ, ਸਮਝ ਆ ਰਿਹਾ ਗੱਲ ਕਿ ਨਹੀਂ ਆ ਰਹੀ?
बहुत ज्यादा फिल्टर सर्किट मैनूं लगता नहीं भी कोई एक्सप्लेन होंगे आ, बट जस्ट चलो ठीक है भी जिन्ना है अपन नूं कहानी क्लीयर हो जूगी भी हाँ इनू किद्दां रैक्टिफाई तो फरदर किद्दां अगे प्रोसैस चलाउणा। ठीक है, रैक्टिफिकेशन हो गया, उस तो बाद अगे देखियो ਅਸੀਂ ਇਸੇ सर्किट ਨੂੰ थोड़ा ਜਿਹਾ अपडेट करांगे। नोट आए ये तुहाडा फुल वेव रैक्टिफायर ਦਾ ਐ कह लो भी इस तो फरदर नोट आए एक्सट्रा है ऐ कह लो एडिशन है ਇਹਦੇ ਵਿੱਚ। ठीक है, वो एडिशन की है सानू पता लग गया कि RL ਦੇ ਅਕ੍ਰੋਸ आउटपुट आ रही है। ओके, आउटपुट तो ਆਪਾਂ RL ਦੇ ਅਕ੍ਰੋਸ ही ਲੈਣੀ है। मैं थोड़ा ਜਿਹਾ डायग्राम ਨੂੰ अपडेट ਕਰਨ ਲੱਗਿਆ और ये डायग्राम बुक ਚ ਇਦਾਂ ਦਾ नहीं ਬਣਿਆ ਹੋਇਆ ਜਿੱਦਾਂ ਦਾ मैं ਬਣਾਉਣ ਲੱਗਿਆ। मैं ਤੁਹਾਨੂੰ एक फिल्टर लगा के ਇਹਨੂੰ ਦੱਸ ਦੇਣਾ ਵੀ ਕਿੱਦਾਂ ਰੈਕਟੀਫਿਕੇਸ਼ਨ ਹੁੰਦਾ। ਠੀਕ ਆ, ਆ ਜਾਓ। देखो आ डायग्राम मेरे को पहला वाला ही है, कोई नवा नहीं बनाया, मैं जस्ट थोड़ा जिहा खुला किया इनू। इहदे विच की आ मेरे को सेंट्रली टैप्ड लोड रजिस्टेंस सी ना, जिथे लोड रजिस्टेंस सी उत्थे कैपेसिटर ला। हुण सर्किट दे विच होर तरीके नाल लग्या, चीज आही आ, लोड रजिस्टेंस की थां ते की लाता कैपेसिटर। ठीक है, एक कैपेसिटर लाता और कैपेसिटर दे अक्रॉस लोड रजिस्टेंस लगा RL, आ कैपेसिटर हो गया C और इत्थे असीं आउटपुट DC लवांगे, आउटपुट DC। ये बेटा तुहाडा विद फिल्टर सर्किट, आ फिल्टर आ, कैपेसिटर कौन आ, ये फिल्टर आ। ठीक है ना, ये फिल्टर लाता, हुण की करदा, हुण हाई फ्रिक्वेंसी दे विचों हाई फ्रिक्वेंसी जिहड़ी आ मतलब फ्लक्चुएटिंग AC DC बनी सी ना जिहड़ी, ਉਹਦੇ ਵਿੱਚੋਂ ਹਾਈ ਫ੍ਰੀਕੁਐਂਸੀ ਜਿਹੜੀ ਐਕਸਟ੍ਰੈਕਟ ਹੋ ਜੂਗੀ ਤੇ ਕੱਲੀ ਲੋ ਫ੍ਰੀਕੁਐਂਸੀ ਤੁਹਾਡੇ ਕੋਲੇ ਰਹਿ ਜੂਗੀ। ਹੁਣ ਬੱਚੇ ਕਹਿੰਦੇ ਜੀ ਕਿੱਦਾਂ, ਧਿਆਨ ਨਾਲ ਸੁਣਿਓ, ਪਹਿਲਾਂ ਕੀ ਆ ਰਿਹਾ ਸੀ ਦੋਨੇ ਵਾਰੀ ਇਧਰੋਂ ਲੰਘ ਰਿਹਾ ਸੀ ਨਾ ਕਰੰਟ, ਕੋਈ ਦਿੱਕਤ ਨਹੀਂ ਸੀ। ਹੁਣ ਆਪਣੀ ਦਿੱਕਤ ਇਹੀ ਆ ਵੀ ਜਿਹੜੀ ਫ੍ਰੀਕੁਐਂਸੀ ਆ ਆਪਾਂ ਨੂੰ ਪਤਾ ਵੀ XC, ਹਾਂ ਬਈ ਕਿਤੇ ਪੜਿਆ ਆ ਚੀਜ਼, ਕਪੈਸਿਟਰ ਦੀ ਰਿਐਕਟੈਂਸ ਕਿੰਨੀ ਹੁੰਦੀ ਆ 1/ωc, 1/ωc। ਆਪਾਂ ਇਹਨੂੰ ਐਵੇਂ ਹੀ ਲਿਖਦੇ 1/2πfc। ਤੁਹਾਨੂੰ ਸਭ ਨੂੰ ਪੜਾਇਆ ਹੋਇਆ ਆਪਣੀ ਚੌਥੀ ਯੂਨਿਟ ਦੇ ਵਿੱਚ, ਬੜੀ ਡਿਟੇਲ ਹੋਈ ਆ, ਹੋਈ ਨਾ। ਫ੍ਰੀਕੁਐਂਸੀ ਜੇ ਜ਼ਿਆਦਾ ਫ੍ਰੀਕੁਐਂਸੀ ਹਾਈ ਫ੍ਰੀਕੁਐਂਸੀ ਵਾਸਤੇ ਰੈਜ਼ਿਸਟੈਂਸ ਘੱਟ ਤੇ ਲੋ ਫ੍ਰੀਕੁਐਂਸੀ ਵਾਸਤੇ ਰੈਜ਼ਿਸਟੈਂਸ ਜ਼ਿਆਦਾ। ਆਪਾਂ ਨੂੰ ਲੋ ਚਾਹੀਦੀ ਆ, DC ਲੋ ਫ੍ਰੀਕੁਐਂਸੀ ਹੁੰਦੀ ਆ, ਆਪਾਂ ਨੂੰ ਲੋ ਚਾਹੀਦੀ ਆ, ਕਿੱਥੇ ਚਾਹੀਦੀ ਆ, ਇੱਥੇ। ਸਮਝ ਆ ਰਹੀ ਗੱਲ? ਤਾਂ ਜਦੋਂ ਇਹਦੇ ਵਿੱਚੋਂ ਕਰੰਟ ਲੰਘਣਾ, ਇਹ ਕੀ ਕਰੂ, ਹਾਈ ਫ੍ਰੀਕੁਐਂਸੀ ਨੂੰ ਤੇ ਕੈਪੈਸਿਟਰ ਲੰਘਾ ਦੂਗਾ, ਲੋ ਫ੍ਰੀਕੁਐਂਸੀ ਨੂੰ ਬਲੌਕ ਕਰ ਦੂਗਾ। ਜਿਹੜੀ ਲੋ ਫ੍ਰੀਕੁਐਂਸੀ ਇੱਥੇ ਬਲੌਕ ਹੋਊਗੀ, ਉਹ ਬਲੌਕ ਹੋਊਗੀ ਤਾਂ ਇੱਧਰ ਨੂੰ ਜਾਊਗੀ। ਸਮਝ ਆ ਰਹੀ ਗੱਲ? ਹਾਈ ਫ੍ਰੀਕੁਐਂਸੀ ਤਾਂ ਪਾਸ ਹੋ ਗਿਆ, ਮੇਰੀ ਗੱਲ ਫੋਲੋ ਕਰ ਰਹੇ ਆ, ਹਾਈ ਫ੍ਰੀਕੁਐਂਸੀ ਤਾਂ ਪਾਸ ਹੋ ਗਿਆ, ਲੋ ਫ੍ਰੀਕੁਐਂਸੀ ਰਹਿ ਗਿਆ। ਲੋ ਫ੍ਰੀਕੁਐਂਸੀ ਜਿਹੜੀ ਆ ਉਹਨੂੰ ਬਲੌਕ ਕਰਤਾ ਇਹਨੇ, ਕਿਉਂਕਿ ਹਾਈ ਫ੍ਰੀਕੁਐਂਸੀ ਤੇ ਇਹਦੀ ਰੈਜ਼ਿਸਟੈਂਸ ਘੱਟ ਹੁੰਦੀ ਆ, ਲੋ ਤੇ ਜ਼ਿਆਦਾ ਹੁੰਦੀ ਆ। ਲੋ ਫ੍ਰੀਕੁਐਂਸੀ ਨੂੰ ਬਲੌਕ ਕਰਤਾ ਇਹਨੇ, ਕੈਪੈਸਿਟਰ DC ਨੂੰ ਲੰਘਣ ਨਹੀਂ ਦਿੰਦਾ, ਯਾਦ ਹੈ ਨਾ ਤੁਹਾਨੂੰ, ਕੈਪੈਸਿਟਰ DC ਨੂੰ ਬਲੌਕ ਕਰਦਾ। ਸੈਕੰਡ ਯੂਨਿਟ ਦੇ ਵਿੱਚ ਬੜੀ ਡਿਟੇਲ ਚ ਪੜ੍ਹੀ ਆਪਾਂ ਇਹ ਗੱਲ। ਤਾਂ ਇਹ ਕੀ ਕਰਦਾ, ਲੋ ਫ੍ਰੀਕੁਐਂਸੀ ਨੂੰ ਬਲੌਕ ਕਰਦਾ। ਜਿਹੜੀ ਲੋ ਫ੍ਰੀਕੁਐਂਸੀ ਬਲੌਕ ਹੋ ਗਈ ਉਹ RL ਦੇ ਵਿੱਚੋਂ ਦੀ ਪਾਸ ਹੋਈ ਤੇ ਰੁਕਾਵਟ ਇਹਨੇ ਪਾਈ ਲੋ ਫ੍ਰੀਕੁਐਂਸੀ ਨੂੰ, ਇੱਥੇ ਆਊਟਪੁੱਟ ਮਿਲ ਗਈ। ਉਹ ਆਊਟਪੁੱਟ DC ਜਿਹੜੀ ਆ that will be regulated output DC। this is just for your note, ਤੁਹਾਡੇ ਸਮਝਣ ਵਾਸਤੇ ਵੀ ਫਿਲਟਰ ਸਰਕਿਟ ਚੀਜ਼ ਕੀ ਹੈ। ਠੀਕ ਹੈ ਨਾ, ਆਹ ਵਾਲਾ ਫਿਲਟਰ ਸਰਕਿਟ ਆ ਇੱਕ। ਠੀਕ ਹੈ, this is with the help of capacitor, ਇਹ ਕੈਪੈਸਿਟਰ ਦੀ ਹੈਲਪ ਨਾਲ ਬਣਿਆ। ਓਕੇ, ਔਰ ਇਹਦਾ ਨਾਮ ਆ ਸ਼ੰਟ ਕੈਪੈਸਿਟਰ ਫਿਲਟਰ। ਇਹਦਾ ਸਿੰਪਲ ਨੇਮ ਕੀ ਆ, ਸ਼ੰਟ ਕੈਪੈਸਿਟਰ ਫਿਲਟਰ। ਹਾਂਜੀ ਬੇਟਾ, ਕੋਈ ਸ਼ੱਕ ਕਿਸੇ ਨੂੰ? ਹਾਂ ਬਈ, ਸਟੋਰੀ ਸਮਝ ਆ ਗਈ? ਠੀਕ ਆ ਬੇਟਾ, ਓਕੇ। ਤਾਂ ਬੇਟਾ ਇਹ ਸੀ ਸਾਡੇ ਕੋਲੇ ਸੀ ਫੁੱਲ ਵੇਵ ਰੈਕਟੀਫਾਇਰ। ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆ ਗਿਆ। ਠੀਕ ਹੈ, ਇਸ ਤੋਂ ਅੱਗੇ ਵਾਲੀ ਸਟੋਰੀ ਜਿਹੜੀ ਹੈਗੀ ਆ ਉਹ ਆਪਾਂ ਕੰਟੀਨਿਊ ਕਰਦੇ ਹਾਂ। ਫੁੱਲ ਵੇਵ ਰੈਕਟੀਫਾਇਰ ਜੇ ਕਿਸੇ ਦੇ ਅਜੇ ਤੱਕ ਨਹੀਂ ਸਮਝ ਆਇਆ ਉਹ ਪੁੱਛ ਲਓ, ਡਾਇਗਰਾਮ ਬਣਾਉਣਾ ਦੁਬਾਰਾ ਬਣਾ ਲਓ। ਦਿਸ ਇਜ਼ ਜਸਟ ਫॉर योर ਨੌਲੇਜ, ਇਹ ਤੁਹਾਡੇ ਨੌਲੇਜ ਦੇ ਵਾਸਤੇ ਆ ਬੇਟਾ। ਠੀਕ ਆ, ਬਣਾ ਲਓ, ਕੋਈ ਗੱਲ ਨਹੀਂ, ਕੰਮ ਆ ਜਾਂਦਾ। ਠੀਕ ਆ ਬੇਟਾ, ਇਹ ਸਾਰਾ ਸੀ ਸਾਡਾ ਲੈਕਚਰ ਅੱਜ ਦਾ ਹਾਫ ਵੇਵ ਫੁੱਲ ਵੇਵ ਰੈਕਟੀਫਾਇਰ। ਮੈਨੂੰ ਪੂਰੀ ਉਮੀਦ ਆ ਬੇਟਾ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਿਆ, ਸਮਝ ਆ ਗਿਆ। ਕੱਲ ਆਪਾਂ ਜ਼ੀਨਰ ਡਾਇਓਡ ਦਾ ਡਿਸਕਸ਼ਨ ਕਰਨਾ, ਬਹੁਤ ਇੰਪੋਰਟੈਂਟ ਆ, ਮਿਸ ਨਾ ਕਰੇ ਕੋਈ। ਠੀਕ ਆ, ਆ ਦਿੰਨੇ ਆ, ਟੈਸਟ ਲੈ ਲਿਓ।